ਜਿਵੇਂ ਸੱਚੇ ਪਾਤਸ਼ਾਹ ਨੇ ਕਿਹਾ ਕਿ ਸਾਰਾ ਸੰਸਾਰ ਦੁਖੀ ਹੈ, ਪਰ ਸਵਾਲ ਤਾਂ ਇਹ ਬਣਦਾ ਹੈ ਕਿ ਸਿੱਖ ਕਿਉਂ ਦੁਖੀ ਹੈ। ਆਮ ਸਿੱਖਾਂ ਦੇ ਨਾਲ ਸਿੱਖਾਂ ਦੇ ਵੱਡੇ ਵੱਡੇ ਜਥੇਦਾਰ, ਰਾਗੀ, ਢਾਡੀ, ਪ੍ਰਚਾਰਕ ਵੀ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਜਾਪਦੇ। ਬਹੁਤ ਸਾਰੇ ਸਿੱਖ ਆਗੂਆਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ, ਜਿਨ੍ਹਾਂ ਦੀ ਜ਼ਿੰਦਗੀ ਕਦੇ ਨਾ ਮੁੱਕਣ ਵਾਲੀ ਚਿੰਤਾ ਨੇ ਘੇਰੀ ਪਈ ਹੈ। ਬਹੁਤ ਸਾਰੇ ਅਜਿਹੇ ਸਿੱਖਾਂ ਨੂੰ ਵੀ ਮੈਂ ਜਾਣਦਾ ਜੋ ਅਕਸਰ ਹੀ ਕਹਿੰਦੇ ਰਹਿੰਦੇ ਨੇ ਕਿ ਅਸੀਂ ਤਾਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ, ਗਰੀਬਾਂ ਦੀ ਮਦਦ ਵੀ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਮੰਨਦੇ ਵੀ ਨਹੀਂ, ਕਦੇ ਨਿਤਨੇਮ ਦੇ ਵਿੱਚ ਨਾਗਾ ਨਹੀਂ ਪਾਇਆ, ਫਿਰ ਵੀ ਮੁਸੀਬਤਾਂ ਸਾਡਾ ਪਿੱਛਾ ਕਿਉਂ ਨਹੀਂ ਛੱਡਦੀਆਂ, ਰੱਬ ਸਾਡਾ ਮਾੜਾ ਕਿਉਂ ਕਰਦਾ। ਇੱਕ ਦਿਨ ਮੈਂ ਕਿਸੇ ਵੱਡੇ ਪੀਰ ਦੀ ਦਰਗਾਹ ਤੇ ਗਿਆ, ਕਿਉਂਕਿ ਮੇਰਾ ਕੰਮ ਮੀਡੀਆ ਦਾ ਹੈ, ਸੋ ਜਾਣਾ ਪੈਂਦਾ। ਉੱਥੇ ਦਾ ਮਾਹੌਲ ਵੇਖ ਕੇ ਬੜੀ ਹੈਰਾਨੀ ਹੋਈ ਕਿ ਵੱਡੀ ਗਿਣਤੀ ਵਿੱਚ ਸਾਬਤ ਸੂਰਤ ਸਿੱਖ ਵੀ ਬੈਠੇ ਨੇ। ਬੜੇ ਸੋਹਣੇ ਚਿਹਰੇ, ਦਾੜੇ ਪ੍ਰਕਾਸ਼ ਨੇ, ਕਈਆਂ ਨੇ ਕਿਰਪਾਨਾਂ ਵੀ ਉੱਪਰ ਦੀ ਪਾਈਆਂ ਸਨ ਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸਿੱਖ ਬੀਬੀਆਂ ਵੀ ਮੌਜੂਦ ਸਨ। ਕੁੱਲ ਮਿਲਾ ਕੇ ਕਹਿ ਲਵੋ ਕਿ ਤਕਰੀਬਨ 80% ਤੋਂ ਵੱਧ ਲੋਕ ਜਿਹੜੇ ਉੱਥੇ ਪੁੱਛਣਾ ਲੈਣ ਆਏ ਸਨ ਉਹ ਸਿੱਖ ਸਨ। ਇਸੇ ਤਰ੍ਹਾਂ ਹੀ ਜੋਤਸ਼ੀਆਂ ਦੇ ਦਰਬਾਰ ਦੇ ਵਿੱਚ ਵੀ ਸਿੱਖ ਵੱਧ ਚੜ੍ਹ ਕੇ ਰੌਣਕਾਂ ਲਾਉਂਦੇ ਨੇ। ਦੁਨੀਆ ਦੀ ਇਸ ਘਬਰਾਹਟ ਦਾ ਦੋਸ਼ੀ ਕੌਣ ਹੈ, ਜਦੋਂ ਕਿ ਮਨੁੱਖੀ ਸਭਿਅਤਾ ਅਤ ਆਧੁਨਿਕ ਸਾਧਨਾਂ ਦੇ ਨਾਲ ਘਿਰੇ ਹੋਣ ਦਾ ਦਾਅਵਾ ਕਰ ਰਹੀ ਹੈ। ਦੁਨੀਆ ਦੀ ਇਸ ਤਰਸਯੋਗ ਹਾਲਤ ਦੀ ਜ਼ਿੰਮੇਵਾਰੀ ਕੋਈ ਵੀ ਦੇਸ਼ ਜਾਂ ਧਰਮ ਲੈਣ ਨੂੰ ਤਿਆਰ ਨਹੀਂ ਹੈ। ਧਰਮ ਰੱਬ ਜਾਂ ਕਿਸਮਤ ਨੂੰ ਦੋਸ਼ ਦੇ ਕੇ ਆਪਣਾ ਪੱਲਾ ਝਾੜ ਲੈਂਦਾ ਤੇ ਦੂਜੇ ਪਾਸੇ ਵਿਗਿਆਨ ਮਨੁੱਖੀ ਸਭਿਅਤਾ ਨੂੰ ਮਸ਼ੀਨਾਂ ਦੇ ਆਰੇ ਲਾਉਣ ਵਿੱਚ ਰੁੱਝਿਆ ਹੋਇਆ ਹੈ। ਸੰਸਾਰ ਉੱਤੇ ਮੰਡਰਾ ਰਹੇ ਖੌਫ ਦੇ ਬੱਦਲਾਂ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਨਿਰਭਉ ਤੇ ਨਿਰਵੈਰ ਕਹਿ ਕੇ ਆਪਣੇ ਉੱਤੇ ਲੈ ਲਈ। ਦੁਨੀਆ ਦੇ ਨਾਲ ਸਿੱਖਾਂ ਦੇ ਦੁਖੀ ਹੋਣ ਦਾ ਕੀ ਕਾਰਨ ਹੈ, ਇਹ ਇੱਕ ਵੱਡਾ ਸਵਾਲ ਹੈ। ਮਨੁੱਖੀ ਸਭਿਅਤਾ ਦਾ ਸਭ ਤੋਂ ਵੱਡਾ ਕਸੂਰ ਇਹ ਨਹੀਂ ਹੈ ਕਿ ਉਹਨਾਂ ਦੀ ਕਿਸਮਤ ਮਾੜੀ ਲਿਖ ਦਿੱਤੀ ਹੈ ਪ੍ਰਮਾਤਮਾ ਨੇ, ਜਾਂ ਪਿਛਲੇ ਜਨਮਾਂ ਦੇ ਕੀਤੇ ਪਾਪਾਂ ਦੀ ਸਜ਼ਾ ਉਹਨਾਂ ਨੂੰ ਇਸ ਜਨਮ ਵਿੱਚ ਭੋਗਣੀ ਪੈ ਰਹੀ ਹੈ। ਸਾਡਾ ਕਸੂਰ ਇਹ ਹੈ ਕਿ ਅਸੀਂ ਆਪਣੇ ਨਾਲ ਹੋ ਰਹੇ ਧੋਖੇ ਨੂੰ ਸਮਝ ਹੀ ਨਹੀਂ ਰਹੇ। ਸ਼ਾਇਦ ਅਸੀਂ ਇਸ ਧੋਖੇ ਬਾਰੇ ਸਮਝਣਾ ਹੀ ਨਹੀਂ ਚਾਹੁੰਦੇ, ਕਿਉਂਕਿ ਇਹ ਧੋਖਾ ਅਸੀਂ ਖੁਦ ਆਪਣੇ ਆਪ ਨਾਲ ਕਰ ਰਹੇ ਹਾਂ। ਇਸੇ ਕਰਕੇ ਅਸੀਂ ਸਮੱਸਿਆ ਦੀ ਜੜ ਤੱਕ ਜਾਣਾ ਹੀ ਨਹੀਂ ਚਾਹੁੰਦੇ, ਕਿਉਂਕਿ ਸਾਡੇ ਸਾਹਮਣੇ ਇੱਕ ਸਵਾਲ ਕੰਧ ਬਣ ਕੇ ਖੜਾ ਹੈ ਤੇ ਉਹ ਸਾਨੂੰ ਕਹਿ ਰਿਹਾ ਹੋਵੇ ਕਿ ਓਏ ਮੂਰਖਾ, ਅਕਲ ਨੂੰ ਹੱਥ ਮਾਰ, ਭਲਾ ਆਪਣੇ ਆਪ ਨਾਲ ਵੀ ਕੋਈ ਧੋਖਾ ਕਰਦਾ। ਇੱਕ ਅਜੀਬ ਜਿਹੇ ਖੌਫ ਦੇ ਦਬਾਅ ਹੇਠਾਂ ਆ ਕੇ ਅਸੀਂ ਘਬਰਾ ਕੇ ਇੱਕਦਮ ਜਵਾਬ ਦਿੰਦੇ ਹਾਂ ਕਿ ਨਾ, ਅਸੀਂ ਤਾਂ ਆਪਣੇ ਨਾਲ ਧੋਖਾ ਕਰ ਹੀ ਨਹੀਂ ਸਕਦੇ। ਸੱਚੇ ਪਾਤਸ਼ਾਹ ਇਲਾਹੀ ਬਾਣੀ ਰਾਹੀਂ ਦੱਸਦੇ ਨੇ ਕਿ ਮਨੁੱਖ ਇਸ ਸੰਸਾਰ ਤੇ ਪ੍ਰਾਹੁਣਾ ਬਣ ਕੇ ਆਇਆ ਹੈ। ਹੁਣ ਗੱਲ ਨੂੰ ਧਿਆਨ ਨਾਲ ਸਮਝੋ। ਜਦੋਂ ਆਪਾਂ ਕਿਸੇ ਦੇ ਘਰ ਪ੍ਰਾਹੁਣੇ ਬਣ ਕੇ ਜਾਂਦੇ ਹਾਂ ਤਾਂ ਆਪਣੀ ਕਿੰਨੀ ਸੇਵਾ ਹੁੰਦੀ ਹੈ। ਇੱਕ ਗਰੀਬ ਬੰਦਾ ਵੀ ਆਪਣੀ ਪੂਰੀ ਵਾਹ ਲਾ ਕੇ ਆਏ ਹੋਏ ਪ੍ਰਾਹੁਣੇ ਨੂੰ ਖੁਸ਼ ਕਰਦਾ ਹੈ। ਹੁਣ ਸਾਡੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਣਾ ਚਾਹੀਦਾ ਹੈ। ਜੇਕਰ ਇਹ ਸਵਾਲ ਨਹੀਂ ਉੱਠਦਾ ਤਾਂ ਸਮਝ ਲਵੋ ਕਿ ਅਸੀਂ ਪੂਰੀ ਤਰ੍ਹਾਂ ਨਾਲ ਜ਼ਿੰਦਗੀ ਤੋਂ ਥੱਕ ਚੁੱਕੇ ਹਾਂ ਜਾਂ ਪਾਗਲ ਹੋ ਚੁੱਕੇ ਹਾਂ, ਕਿਉਂਕਿ ਦੋਵੇਂ ਹਾਲਾਤਾਂ ਦੇ ਵਿੱਚ ਮਨੁੱਖੀ ਅਕਲ ਕੰਮ ਕਰਨਾ ਬੰਦ ਕਰ ਦਿੰਦੀ ਹੈ। ਸਵਾਲ ਇਹ ਹੈ ਕਿ ਜੇਕਰ ਅਸੀਂ ਇਸ ਸੰਸਾਰ ਤੇ ਆਏ ਹੀ ਪ੍ਰਾਹੁਣੇ ਬਣ ਕੇ ਹਾਂ ਤਾਂ ਪ੍ਰਮਾਤਮਾ ਸਾਡੀ ਸੇਵਾ ਕਿਉਂ ਨਹੀਂ ਕਰ ਰਿਹਾ। ਇਹ ਕਿਹੋ ਜਿਹੀ ਪ੍ਰਾਹੁਣਾਚਾਰੀ ਹੋ ਰਹੀ ਹੈ ਸਾਡੀ ਕਿ ਅਸੀਂ ਭੁੱਖੇ ਮਰ ਰਹੇ ਹਾਂ, ਘਰਾਂ ਦੇ ਵਿੱਚ ਕਲੇਸ਼ ਹੈ, ਹਰ ਨਿੱਕੀ ਨਿੱਕੀ ਗੱਲ ਲਈ ਸਾਨੂੰ ਤਰਸਣਾ ਪੈ ਰਿਹਾ ਹੈ ਜਾਂ ਕੰਜੂਸੀ ਕਰਕੇ ਦਿਨ ਕੱਟਣੇ ਪੈ ਰਹੇ ਨੇ। ਕਈ ਵਾਰੀ ਤਾਂ ਜ਼ਿੰਦਗੀ ਦਾ ਭਾਰ ਨਹੀਂ ਝੱਲਿਆ ਜਾਂਦਾ ਤੇ ਅਨੇਕਾਂ ਲੋਕ ਜ਼ਿੰਦਗੀ ਦੇ ਇਸ ਭਾਰ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਚੁੱਕੇ ਨੇ। ਬਿਮਾਰੀਆਂ ਪਿੱਛਾ ਨਹੀਂ ਛੱਡ ਰਹੀਆਂ, ਹੋਰ ਪਤਾ ਨਹੀਂ ਕੀ ਕੁਝ ਵਾਪਰ ਰਿਹਾ ਸਾਡੇ ਨਾਲ। ਜੇ ਇੱਕ ਗਰੀਬ ਬੰਦਾ ਵੀ ਘਰ ਆਏ ਪ੍ਰਾਹੁਣੇ ਦੀ ਖਾਤਰਦਾਰੀ ਕਰ ਸਕਦਾ ਹੈ ਤਾਂ ਜਿਸ ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਉਸ ਦੇ ਹੁੰਦਿਆਂ ਅਸੀਂ ਦੁਖੀ ਕਿਉਂ ਹਾਂ? ਇਸ ਦਾ ਜਵਾਬ ਬੜਾ ਸਟੀਕ ਤੇ ਸਪਸ਼ਟ ਦਿੱਤਾ ਹੋਇਆ ਸੱਚੇ ਪਾਤਸ਼ਾਹ ਨੇ। ਜੇਕਰ ਕੋਈ ਵੀ ਮਨੁੱਖ ਪਾਤਸ਼ਾਹ ਦੇ ਇਸ ਕਰਾਮਾਤੀ ਜਵਾਬ ਨੂੰ ਅਪਣਾ ਲਵੇ ਤਾਂ ਉਸ ਦੀ ਜ਼ਿੰਦਗੀ ਵਿੱਚ ਚਮਤਕਾਰ ਹੋਣ ਤੋਂ ਸੰਸਾਰ ਦੀ ਕੋਈ ਵੀ ਤਾਕਤ ਰੋਕ ਹੀ ਨਹੀਂ ਸਕਦੀ। ਔਰ ਇਹ ਕਰਾਮਾਤੀ ਸਿਧਾਂਤ ਪਹਿਲੇ ਦਿਨ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਗੱਲ ਇਹ ਹੈ ਦੋਸਤੋ ਕਿ ਅਕਾਲ ਪੁਰਖ ਮਜ਼ਾਕ ਨਹੀਂ ਕਰਦਾ ਤੇ ਨਾ ਹੀ ਸਮਝਦਾ ਹੈ। ਉਦਾਹਰਣ ਦੇ ਤੌਰ ਤੇ ਚਲੋ
ਆਪਾਂ ਫਿਰ ਤੋਂ ਇੱਕ ਵਾਰ ਪ੍ਰਾਹੁਣੇ ਬਣ ਕੇ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਹਾਂ। ਹੁਣ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਮੰਨ ਲਵੋ ਕੋਈ ਬੰਦਾ ਗੋਭੀ ਨਹੀਂ ਖਾਂਦਾ, ਪਰ ਰਿਸ਼ਤੇਦਾਰੀ ਵਿੱਚ ਜਾ ਕੇ ਉਹ ਗੋਭੀ ਦੀਆਂ ਗੱਲਾਂ ਸਵਾਦ ਲੈ ਲੈ ਕੇ ਕਰ ਰਿਹਾ ਹੋਵੇ, ਤਾਂ ਘਰ ਵਾਲੇ ਕੀ ਸਮਝਣਗੇ ਕਿ ਇਸ ਨੂੰ ਗੋਭੀ ਹੀ ਪਸੰਦ ਹੈ। ਫਿਰ ਉਹ ਤਾਂ ਆਪਣੇ ਵੱਲੋਂ ਬੜੇ ਚਾਅ ਨਾਲ ਗੋਭੀ ਹੀ ਬਣਾ ਕੇ ਦੇਣਗੇ। ਜਦੋਂ ਰੋਟੀ ਦੇ ਨਾਲ ਗੋਭੀ ਨੂੰ ਬੜੀ ਹੀ ਸਜਾਵਟ ਦੇ ਨਾਲ ਖਾਣ ਲਈ ਪਰੋਸਿਆ ਜਾਂਦਾ ਹੈ ਤਾਂ ਬੰਦਾ ਅੰਦਰੋਂ ਅੰਦਰੀ ਕਲਪਦਾ ਹੈ, ਦੁਖੀ ਹੁੰਦਾ ਹੈ, ਮਨ ਮਾਰ ਕੇ ਗੋਭੀ ਖਾਣੀ ਹੀ ਪੈ ਰਹੀ ਹੈ। ਹੁਣ ਦੱਸੋ ਕਸੂਰ ਕਿਸ ਦਾ ਹੈ? ਸਾਡੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹੀ ਦੁੱਖ ਬੜੇ ਵਧੀਆ ਤਰੀਕੇ ਨਾਲ ਪਰੋਸ ਕੇ ਆ ਰਹੇ ਨੇ। ਦੋਸਤੋ, ਹੁਣ ਸੱਚ ਬੋਲਣ ਤੇ ਉਸ ਤੋਂ ਬਾਅਦ ਕਬੂਲਣ ਦਾ ਸਮਾਂ ਆ ਗਿਆ ਹੈ। ਇੱਕ ਗੱਲ ਦਿਲ ਤੇ ਹੱਥ ਰੱਖ ਕੇ ਆਪਣੇ ਆਪ ਲਈ ਕਬੂਲ ਕਰ ਲਵੋ ਕਿ ਤੁਸੀਂ ਸਵੇਰ ਤੋਂ ਰਾਤ ਤੱਕ ਮੁਸੀਬਤਾਂ, ਦੁੱਖਾਂ, ਤਕਲੀਫਾਂ, ਲੜਾਈ ਝਗੜਾ, ਜੈਲਸ, ਗੁੱਸਾ, ਐਕਸੀਡੈਂਟ, ਬਿਮਾਰੀਆਂ ਜਾਂ ਕਿਸੇ ਬਾਰੇ ਫालतू ਦੀ ਬਕ-ਬਕ ਕਰਨਾ, ਸੋਸ਼ਲ ਮੀਡੀਆ ਤੇ ਝੱਖ ਮਾਰਨੀ ਤੇ ਹੋਰ ਕਈ ਤਰ੍ਹਾਂ ਦੀ ਝੱਖ ਆਪਾਂ ਮਾਰਦੇ ਹੋਵਾਂਗੇ। ਹੁਣ ਸਵਾਲ ਤਾਂ ਇਹ ਵੀ ਪੁੱਛਣਾ ਬਣਦਾ ਹੈ ਕਿ ਜੇ ਇੰਨਾ ਹੀ ਪਿਆਰ ਹੈ ਝੱਖ ਮਾਰਨ ਦੇ ਨਾਲ, ਤਾਂ ਕਿਉਂ ਨਾ ਪ੍ਰਮਾਤਮਾ ਸਾਡੀ ਸੋਹਣੀ ਜ਼ਿੰਦਗੀ ਨੂੰ ਝੱਖ ਹੀ ਬਣਾ ਕੇ ਰੱਖ ਦੇਵੇ। ਤੁਸੀਂ ਪ੍ਰਾਹੁਣੇ ਬਣ ਕੇ ਆਏ ਹੋ ਤੇ ਪ੍ਰਮਾਤਮਾ ਦਾ ਫਰਜ਼ ਬਣਦਾ ਹੈ ਤੁਹਾਨੂੰ ਖੁਸ਼ ਰੱਖੇ। ਮੈਂ ਪਹਿਲਾਂ ਹੀ ਲਿਖ ਚੁੱਕਾ ਕਿ ਪ੍ਰਮਾਤਮਾ ਮਜ਼ਾਕ ਨਹੀਂ ਸਮਝਦਾ। ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਬੇਪਰਵਾਹ ਕਿਹਾ ਹੋਇਆ ਗੁਰਬਾਣੀ ਵਿੱਚ। ਅਕਾਲ ਪੁਰਖ ਨੇ ਇਹ ਨਹੀਂ ਵੇਖਣਾ ਕਿ ਜ਼ਹਿਰ ਖਾਣ ਦੇ ਨਾਲ ਤੁਸੀਂ ਮਰ ਜਾਓਗੇ, ਕਿਉਂਕਿ ਜ਼ਹਿਰ ਵੀ ਉਸ ਨੇ ਬਣਾਇਆ ਹੈ ਤੇ ਇਹ ਜ਼ਹਿਰ ਵੀ ਕਿਸੇ ਲਈ ਜ਼ਿੰਦਗੀ ਦਾ ਸੋਮਾ ਹੈ। ਹੁਣ ਜੇ ਤੁਸੀਂ ਜ਼ਹਿਰ ਹੀ ਮੰਗ ਲਿਆ ਤਾਂ ਉਸ ਨੇ ਦੇ ਦਿੱਤਾ ਪਿਆਲਾ ਭਰ ਕੇ। ਜੇਕਰ ਤੁਹਾਨੂੰ ਝੱਖ ਮਾਰਨ ਦੇ ਨਾਲ ਇੰਨਾ ਜ਼ਿਆਦਾ ਪਿਆਰ ਹੈ ਤਾਂ ਕਿਉਂ ਨਾ ਅਕਾਲ ਪੁਰਖ ਤੁਹਾਡੀਆਂ ਝੋਲੀਆਂ ਇਸ ਝੱਖ ਦੇ ਨਾਲ ਹੀ ਭਰ ਦੇਵੇ। ਜਦੋਂ ਲੋਕ ਇਕੱਠੇ ਹੋ ਕੇ ਝੱਖ ਮਾਰਦੇ ਨੇ ਤਾਂ ਇੱਕ ਦੂਜੇ ਨੂੰ ਅੱਧ ਵਿਚਾਲੇ ਟੋਕ ਕੇ ਆਪਣੀ ਝੱਖ ਬੜੇ ਸਵਾਦ ਨਾਲ ਸੁਣਾਉਣ ਲੱਗ ਪੈਂਦੇ ਨੇ। ਕਈ ਤਾਂ ਆਪਣੀ ਵਾਰੀ ਦੀ ਉਡੀਕ ਬੜੀ ਬੇਸਬਰੀ ਨਾਲ ਕਰ ਰਹੇ ਹੁੰਦੇ ਨੇ, ਕਿਉਂਕਿ ਝੱਖ ਉਹਨਾਂ ਦੇ ਅੰਦਰੋਂ ਸੀਨਾ ਪਾੜ ਕੇ ਬਾਹਰ ਆਉਣ ਲਈ ਕਾਹਲੀ ਪੈ ਰਹੀ ਹੁੰਦੀ ਹੈ। ਜਦੋਂ ਅਕਾਲ ਪੁਰਖ ਹੈ ਹੀ ਤੁਹਾਡੇ ਅੰਦਰ ਤਾਂ ਉਸ ਨੇ ਚੰਗੀ ਤਰ੍ਹਾਂ ਪੁਸ਼ਟੀ ਕਰ ਲਈ ਕਿ ਜਦੋਂ ਤੁਸੀਂ ਝੱਖ ਮਾਰਦੇ ਹੋ ਤਾਂ ਉਸ ਵਕਤ ਤੁਸੀਂ ਬਹੁਤ ਖੁਸ਼ ਹੁੰਦੇ ਹੋ। ਤਾਂ ਅਕਾਲ ਪੁਰਖ ਨੇ ਬੇਅੰਤ ਸਾਧਨ ਪੈਦਾ ਕਰ ਦਿੱਤੇ ਤਾਂ ਕਿ ਤੁਸੀਂ ਸੰਸਾਰ ਦੇ ਜਿਹੜੇ ਮਰਜ਼ੀ ਕੋਨੇ 'ਚ ਚਲੇ ਜਾਓ, ਝੱਖ ਮਾਰਨ ਦੇ ਵਸੀਲੇ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਨੇ। ਸੱਚੇ ਪਾਤਸ਼ਾਹ ਦਾ ਬਚਨ ਹੈ, ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ। ਪਾਤਸ਼ਾਹ ਨੇ ਸਪਸ਼ਟ ਕਿਹਾ ਹੈ ਕਿ ਅਸੀਂ ਬੜਬੋਲੇ ਲੋਕ ਫालतू ਬੋਲ ਕੇ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਾਂ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਗੱਲ ਨੂੰ ਸਮਝੋ। ਤੁਸੀਂ ਕਿਸੇ ਦੁਕਾਨ ਤੇ ਜਾ ਕੇ ਬੜਬੋਲੇ ਪੰਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਮੰਗ ਲਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਤੁਹਾਡੇ ਕੰਮ ਦੀ ਨਹੀਂ ਹੈ। ਇਸ ਵਿੱਚ ਦੁਕਾਨਦਾਰ ਦਾ ਕੋਈ ਕਸੂਰ ਨਹੀਂ ਹੈ। ਦੋਹਾਂ ਸਿਰਿਆਂ ਕਾ ਖਸਮ ਪ੍ਰਭ ਸੋਈ। ਪਰਮਾਤਮਾ ਇਸ ਬ੍ਰਹਿਮੰਡ ਦੇ ਵਿੱਚ ਪੈਦਾ ਹੋਈ ਹਰ ਸ਼ੈ ਦਾ ਮਾਲਕ ਹੈ। ਅੰਮ੍ਰਿਤ ਵੀ ਉਸ ਦੀ ਦਾਤ ਹੈ ਤੇ ਜ਼ਹਿਰ ਵੀ ਉਸ ਦੀ ਦੇਣ ਹੈ। ਤੁਸੀਂ ਜਿਹੜਾ ਮਰਜ਼ੀ ਰਾਹ ਚੁਣ ਲਵੋ। ਤੁਸੀਂ ਅੰਮ੍ਰਿਤ ਪੀ ਕੇ ਅਮਰ ਹੋ ਸਕਦੇ ਹੋ ਜਾਂ ਜ਼ਹਿਰ ਪੀ ਕੇ ਬੇੜਾ ਗਰਕ ਵੀ ਕਰ ਸਕਦੇ ਹੋ। ਇਸ ਸੰਸਾਰ ਤੇ ਬੇੜਾ ਗਰਕ ਕਰਨ ਵਾਲਿਆਂ ਦੀ ਕਤਾਰ ਕੋਹਾਂ ਮੀਲ ਲੰਬੀ ਹੈ। ਮੇਰੇ ਇੱਕ ਵਾਕਫਕਾਰ ਨੇ ਗੱਡੀ ਲੈ ਲਈ ਤਾਂ ਇੱਕ ਦਿਨ ਸਾਨੂੰ ਦੋਵਾਂ ਨੂੰ ਸਾਂਝਾ ਕੰਮ ਪੈ ਗਿਆ। ਉਸਨੇ ਗੱਡੀ ਦੇ ਸ਼ੀਸ਼ੇ ਖੋਲ੍ਹ ਲਏ ਤੇ ਉੱਚੀ ਆਵਾਜ਼ ਵਿੱਚ ਗਾਣੇ ਲਾ ਦਿੱਤੇ। ਇਸ ਦੇ ਨਾਲ ਹੀ ਬੇਲੋੜੇ ਹਾਰਨ ਮਾਰਨ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਕਿਹਾ ਕਿ ਇਦਾਂ ਨਾ ਕਰ, ਚੰਗਾ ਨਹੀਂ ਲੱਗਦਾ, ਲੋਕ ਕੀ ਕਹਿਣਗੇ। ਤਾਂ ਉਸ ਦਾ ਜਵਾਬ ਸੀ ਕਿ ਲੋਕਾਂ ਨੂੰ ਮਚਾਉਣ ਲਈ ਤਾਂ ਗੱਡੀ ਲਈ ਹੈ। ਮੈਂ ਹੈਰਾਨ ਸੀ ਕਿ ਜਿਹੜਾ ਕੁਝ ਇਹ ਹੁਣ ਸੋਚ ਰਿਹਾ ਇਸ ਦਾ ਖਮਿਆਜਾ ਇਸ ਨੂੰ ਭੁਗਤਣਾ ਪੈ ਸਕਦਾ ਹੈ। ਨਾ ਸਮਝੀ ਵਿੱਚ ਇਹ ਇਨਸਾਨ ਲੋਕਾਂ ਨੂੰ ਮਚਾ ਰਿਹਾ ਹੈ, ਭਾਵ ਅੱਗ ਲਾ ਰਿਹਾ ਹੈ, ਕਿਉਂਕਿ ਬੰਦਾ ਉਦੋਂ ਹੀ ਮੱਚਦਾ ਜਦੋਂ ਅੱਗ ਲੱਗਦੀ ਹੈ। ਜਦੋਂ ਅੱਗ ਲੱਗੇਗੀ ਤਾਂ ਉਸ ਦਾ ਸੇਕ ਤੇਰੀ ਜ਼ਿੰਦਗੀ ਤੱਕ ਵੀ ਪਹੁੰਚੇਗਾ। ਫਿਰ ਸਾਰੇ ਟੱਬਰ ਨੇ ਇਕੱਠੇ ਹੋ ਕੇ ਕਹਿਣਾ ਕਿ ਅਸੀਂ ਰੱਬ ਦਾ ਕੀ ਮਾੜਾ ਕਰ ਦਿੱਤਾ ਜਾਂ ਫਲਾਣੇ ਨੈਸ਼ ਬੰਦੇ ਦੀ ਨਜ਼ਰ ਲੱਗ ਗਈ ਹੈ, ਆਪਣੀ ਗਲਤੀ ਫਿਰ ਨਹੀਂ ਮੰਨੀ ਕਿ ਅਸੀਂ ਕੀ ਕੀਤਾ। ਇਸੇ ਤਰ੍ਹਾਂ ਮੇਰੀ ਇੱਕ ਜਾਣਕਾਰ ਲੜਕੀ ਗੱਡੀ ਸਿੱਖਣ ਲੱਗ ਪਈ ਤੇ ਵੀਡੀਓ ਬਣਾ ਕੇ ਮੈਨੂੰ ਵੀ ਭੇਜ ਦਿੱਤੀ। ਮੈਂ ਕਿਹਾ ਕਿ ਬਹੁਤ ਵਧੀਆ ਗੱਲ ਹੈ। ਤਾਂ ਅੱਗੋਂ ਜੋ ਜਵਾਬ ਆਇਆ ਉਹ ਹੈਰਾਨ ਕਰ ਦੇਣ ਵਾਲਾ ਸੀ। ਉਹ ਕਹਿੰਦੀ ਹੋਰ ਕੀ,
ਕੱਲ ਨੂੰ ਵਿਆਹ ਤੋਂ ਬਾਅਦ ਜੇ ਲੜਾਈ ਹੋਇਆ ਕਰੂਗੀ ਤਾਂ ਮੈਂ ਗੱਡੀ ਲੈ ਕੇ ਘਰ ਭਾਵ ਪੇਕਿਆਂ ਦੇ ਤਾਂ ਆ ਜਾਇਆ ਕਰੂੰਗੀ। ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੋਈ ਸੁਖਣਾ ਤਾਂ ਨਹੀਂ ਸੁੱਖੀ ਹੋਈ ਲੜਾਈ ਹੋਣ ਦੀ? ਤਾਂ ਉਹ ਕਹਿੰਦੀ ਕਿ ਸੁਖਣਾ ਤਾਂ ਨਹੀਂ ਸੁੱਖੀ, ਲੜਾਈ ਤਾਂ ਹੋ ਹੀ ਜਾਂਦੀ ਹੈ। ਸਿਆਣੇ ਵੀ ਕਹਿੰਦੇ ਨੇ ਕਿ ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਹੀ ਹੁੰਦੇ ਨੇ। ਮੈਂ ਪੁੱਛਣਾ ਚਾਹੁੰਦਾ ਸਾਰਿਆਂ ਤੋਂ ਕਿ ਇੱਕ ਬੇਵਕੂਫ ਨੂੰ ਤੁਸੀਂ ਸਿਆਣਾ ਕਿਵੇਂ ਕਹਿ ਸਕਦੇ ਹੋ? ਉਸ ਸਿਆਣੇ ਤੇ ਉਸ ਦੀ ਇਸ ਜੱਬਲੀ ਤੇ ਯਕੀਨ ਕਰਨ ਵਾਲਿਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਹਾਨੂੰ ਭਾਂਡੇ ਤੇ ਮਨੁੱਖ ਵਿੱਚ ਫਰਕ ਨਜ਼ਰ ਨਹੀਂ ਆਉਂਦਾ? ਭਾਂਡਿਆਂ ਵਿੱਚ ਦਿਮਾਗ ਨਹੀਂ ਹੁੰਦਾ, ਇਨਸਾਨ ਦੇ ਵਿੱਚ ਹੁੰਦਾ ਹੈ। ਪਰ ਧੁਰਕੀ ਬਾਣੀ ਨੂੰ ਛੱਡ ਕੇ ਜਦੋਂ ਅਸੀਂ ਅਜਿਹੇ ਸਿਆਣਿਆਂ ਤੇ ਯਕੀਨ ਕਰਦੇ ਹਾਂ ਤਾਂ ਦਿਮਾਗ ਚੱਲਣਾ ਆਪੇ ਬੰਦ ਹੋ ਜਾਂਦਾ ਹੈ। ਫਿਰ ਜਦੋਂ ਪ੍ਰਮਾਤਮਾ ਸਾਨੂੰ ਭਾਂਡੇ ਸਮਝ ਕੇ ਜ਼ੋਰ-ਜ਼ੋਰ ਦੀ ਖੜਕਾਉਂਦਾ ਹੈ ਤੇ ਚੁੱਕ-ਚੁੱਕ ਕੇ ਇੱਧਰ-ਉੱਧਰ ਸੁੱਟਦਾ ਹੈ, ਫਿਰ ਅਸੀਂ ਚੀਕਾਂ ਕਿਉਂ ਮਾਰਦੇ ਹਾਂ? ਚੰਗੇ ਭਲੇ ਮਨੁੱਖ ਤੋਂ ਅਸੀਂ ਆਪਣੇ ਆਪ ਨੂੰ ਭਾਂਡੇ ਬਣਾਉਣ ਦਾ ਇਰਾਦਾ ਖੁਦ ਕੀਤਾ ਹੋਇਆ ਤਾਂ ਫਿਰ ਲਵੋ ਸਵਾਦ। ਰੱਬ ਦਾ ਇਸ ਵਿੱਚ ਕੀ ਕਸੂਰ ਹੈ? ਸੱਚੇ ਪਾਤਸ਼ਾਹ ਨੇ ਸਪਸ਼ਟ ਕਿਹਾ ਹੋਇਆ ਹੈ, ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਇਸ ਧਰਤੀ ਤੇ ਸਾਰੀਆਂ ਜੂਨਾਂ ਤੇਰੀਆਂ ਸੇਵਕ ਨੇ, ਤੇਰੀ ਸਰਦਾਰੀ ਹੈ। ਪਰ ਇਨਸਾਨ ਭਾਂਡਾ ਬਣ ਕੇ ਖੜਕ ਰਿਹਾ। ਮੰਨ ਲਵੋ ਕਿ ਤੁਹਾਡੇ ਗੁਆਂਢ ਵਿੱਚ ਕੋਈ ਵਾਰਦਾਤ ਹੋ ਜਾਵੇ ਤੇ ਤੁਸੀਂ ਐਵੇਂ ਰੌਲਾ ਪਾਈ ਜਾਓ ਕਿ ਇਹ ਕੰਮ ਤਾਂ ਮੈਂ ਕੀਤਾ ਹੈ। ਅਜਿਹੇ ਹਾਲਾਤਾਂ ਵਿੱਚ ਪੁਲਿਸ ਨੇ ਕਾਰਵਾਈ ਤਾਂ ਕਰਨੀ ਹੈ। ਫਿਰ ਤੁਸੀਂ ਕਿਉਂ ਕਹਿ ਰਹੇ ਹੋ ਕਿ ਮੈਨੂੰ ਬੇਵਜ੍ਹਾ ਸਜ਼ਾ ਦੇ ਦਿੱਤੀ? ਬਲਕਿ ਸੱਚ ਤਾਂ ਇਹ ਹੈ ਕਿ ਤੁਸੀਂ ਸਜ਼ਾ ਤਾਂ ਖੁਦ ਮੰਗ ਕੇ ਲਈ ਹੈ। ਜੇ ਤੁਹਾਨੂੰ ਗੋਭੀ ਪਸੰਦ ਹੀ ਨਹੀਂ ਹੈ ਤਾਂ ਤੁਸੀਂ ਸਵੇਰ ਤੋਂ ਰਾਤ ਤੱਕ ਗੋਭੀ ਦਾ ਜਾਪ ਕਿਉਂ ਕਰ ਰਹੇ ਹੋ? ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ ਸੋਹਣੀ ਬਣੇ ਤਾਂ ਫਜ਼ੂਲ ਦੀਆਂ ਗੱਲਾਂ ਦੇ ਵਿੱਚ ਸਮਾਂ ਬਰਬਾਦ ਕਿਉਂ ਕੀਤਾ ਜਾ ਰਿਹਾ ਹੈ? ਉਹ ਗੱਲਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਨਾਲ ਜ਼ਿੰਦਗੀ ਸੋਹਣੀ ਬਣ ਜਾਵੇ? ਸੱਚੇ ਪਾਤਸ਼ਾਹ ਦਾ ਬਚਨ ਹੈ, ਬਾਵੈ ਮਾਰਗ ਟੇਢਾ ਚੱਲਣਾ, ਸਿੱਧਾ ਛੋੜ ਅਪੂਠਾ ਬੁਨਣਾ। ਜੇਕਰ ਤੁਸੀਂ ਚਾਹੋ ਤਾਂ ਪੈਰਾਂ ਦੇ ਆਸਰੇ ਦੌੜ ਭੱਜ ਸਕਦੇ ਹੋ, ਜੋ ਕਿ ਸਿੱਧਾ ਤਰੀਕਾ ਹੈ ਭੱਜਣ ਦਾ। ਜੇ ਤੁਸੀਂ ਚਾਹੋ ਤਾਂ ਲੱਤਾਂ ਉੱਤੇ ਚੁੱਕ ਕੇ ਹੱਥਾਂ ਦੇ ਆਸਰੇ ਤੁਰ ਕੇ ਵੀ ਔਖੇ ਹੋ ਸਕਦੇ ਹੋ। ਇਹ ਤੁਹਾਡੀ ਇੱਛਾ। ਹੋ ਸਕਦਾ ਹੈ ਇਦਾਂ ਕਰਨ ਦੀ ਸਲਾਹ ਤੁਸੀਂ ਕਿਸੇ ਅਖੌਤੀ ਸਿਆਣੇ ਤੋਂ ਲਈ ਹੋਵੇ। ਬਾਣੀ ਵਿੱਚ ਲਿਖਿਆ ਹੈ ਕਿ ਸਾਰਾ ਸੰਸਾਰ ਸੁਪਨੇ ਵਿੱਚ ਹੀ ਘੁੰਮ ਰਿਹਾ, ਉਸ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਕੀ ਕਰਨਾ ਹੈ ਤੇ ਕੀ ਬੋਲਣਾ ਹੈ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾ ਸੱਟੀਐ, ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਫਿੱਕਾ ਬੋਲਣ ਵਾਲਾ ਬੰਦਾ ਆਪਣਾ ਸਾਰਾ ਜੀਵਨ ਹੀ ਬੇਸਵਾਦਾ ਕਰ ਲੈਂਦਾ ਹੈ। ਅਜਿਹਾ ਬੰਦਾ ਹਰ ਪੱਖ ਤੋਂ ਜ਼ਿੰਦਗੀ ਵਿੱਚ ਬੇਇੱਜ਼ਤੀ ਹੀ ਕਰਵਾਉਂਦਾ ਰਹਿੰਦਾ ਹੈ। ਕਿਸੇ ਇੱਕ ਸਕੂਲ ਜਾਂ ਕਾਲਜ ਦੀ ਕਿਸੇ ਟੀਮ ਦਾ ਕੋਚ ਇੱਕ ਹੀ ਹੁੰਦਾ ਹੈ। ਉਹ ਕੋਚ ਕਿਸੇ ਇੱਕ ਟੀਮ ਦੀ ਜਿੱਤ ਜਾਂ ਹਾਰ ਨਾਲ ਖੁਸ਼ ਨਹੀਂ ਹੁੰਦਾ, ਕਿਉਂਕਿ ਦੋਵੇਂ ਟੀਮਾਂ ਉਸ ਕੋਚ ਨੇ ਤਿਆਰ ਕੀਤੀਆਂ ਨੇ। ਅਕਾਲ ਪੁਰਖ ਨਿਰਵੈਰ ਹੈ। ਸੋ ਖਾਲਸਾ ਜੀ, ਬਹੁਤ ਕੁਝ ਹੈ ਲਿਖਣ ਤੇ ਬੋਲਣ ਨੂੰ। ਆਓ ਇਕੱਠੇ ਹੋਈਏ, ਆਪਣੀ ਜ਼ਿੰਦਗੀ ਵਿੱਚੋਂ ਕੋੜ ਨੂੰ ਕੱਢੀਏ। ਜੇਕਰ ਅਸੀਂ ਗੁਰੂ ਆਸਰੇ ਇਕੱਠੇ ਹੁੰਦੇ ਹਾਂ ਤਾਂ ਸਾਡੀਆਂ तमाम ਮੁਸ਼ਕਲਾਂ 3 ਮਹੀਨਿਆਂ ਤੋਂ ਲੈ ਕੇ ਤਕਰੀਬਨ 5 ਸਾਲ ਦੇ ਵਿੱਚ ਸਦਾ ਵਾਸਤੇ ਨਸ਼ਟ ਹੋ ਜਾਣਗੀਆਂ। ਇਸ ਤੋਂ ਬਾਅਦ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ ਦਾ ਮਿਸ਼ਨ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਹੈ, ਉਸ ਨੂੰ ਪੂਰਾ ਕਰਨਾ ਹੈ। ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਔਰ ਖਾਲਸੇ ਦੀ ਜ਼ਿੰਮੇਵਾਰੀ ਹੈ ਕਿ ਕੁੱਲ ਦੁਨੀਆ ਤੇ ਮੌਜੂਦ ਕਿਸੇ ਵੀ ਫਿਰਕੇ ਨਾਲ ਸੰਬੰਧਿਤ ਕਿਸੇ ਵੀ ਬੰਦੇ ਦੀ ਅੱਖ 'ਚੋਂ ਹੰਝੂ ਨਾ ਵਹੇ। ਉਹਨਾਂ ਦੇ ਹੰਝੂ ਤੁਸੀਂ ਆਪਣੀਆਂ ਪੱਗਾਂ ਦੇ ਨਾਲ ਪੂੰਝਣ ਤੋਂ ਨਾ ਝਿਜਕੋ। ਧੰਨਵਾਦ। ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ।